ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਸਕੀਨ ਜੀ ਬਾਰੇ ਅਣਜਾਣੇ ਤੱਥ ਦੂਜਾ ਭਾਗ ਤੁਹਾਡੇ ਸਨਮੁਖ ਰੱਖਣ ਲੱਗਿਆ ਹਾਂ। ਪਹਿਲਾਂ ਇੱਕ ਭਾਗ ਆ ਚੁੱਕਿਆ ਹੈ। ਮਈ ਮਹੀਨੇ ਦੇ ਸਪੋਕਸਮੈਨ ਵਿੱਚ ਛਪੇ ਗਿਆਨੀ ਸੰਤ ਸਿੰਘ ਮਸਕੀਨ ਬਾਰੇ ਮੇਰੇ ਲੇਖ ਦੇ ਪ੍ਰਤੀਕਰਮ ਵਜੋਂ ਜੁਲਾਈ 2005 ਅੰਕ ਵਿੱਚ 3 ਪਾਠਕਾਂ ਦੀਆਂ ਚਿੱਠੀਆਂ ਛਪੀਆਂ ਹਨ। ਜਿੱਥੋਂ ਤੱਕ ਕਿਸੇ ਵਿਅਕਤੀ ਪ੍ਰਤੀ ਅਗਿਆਨਤਾ ਭਰੀ ਸ਼ਰਧਾ ਦਾ ਸੰਬੰਧ ਹੈ, ਉਸ ਦਾ ਫੌਰੀ ਤੌਰ 'ਤੇ ਕੋਈ ਇਲਾਜ ਨਹੀਂ ਕੀਤਾ ਜਾ ਸਕਦਾ। ਹਾਂ, ਅਰਥਾਂ ਸਮੇਤ ਗੁਰਬਾਣੀ ਨੂੰ ਵਿਚਾਰਨ ਵਾਲਾ, ਇਤਿਹਾਸ ਨੂੰ ਸੋਚ ਵਿਚਾਰ ਕੇ ਪੜ੍ਹਨ ਵਾਲਾ, ਸਿੱਖ ਫਿਲਾਸਫੀ ਦੇ ਮਹੱਤਵ ਨੂੰ ਜਾਣਨ ਵਾਲਾ, ਖਾਲਸਾ ਪੰਥ ਦੇ ਨਿਆਰੇਪਣ ਨੂੰ ਸਪਸ਼ਟ ਕਰਨ ਵਾਲਾ, ਅੱਜ ਤੱਕ ਸਿੱਖ ਮੱਤ ਵਿੱਚ ਮਿਲਾਵਟ ਕਰਨ ਵਾਲੇ ਲੇਖਕਾਂ ਅਤੇ ਪ੍ਰਚਾਰਕਾਂ ਨੂੰ ਜਾਣਨ ਵਾਲਾ ਕੋਈ ਸਿੱਖ ਅੱਖਾਂ 'ਤੇ ਪੱਟੀ ਬੰਨ੍ਹ ਕੇ ਹਾਂ ਵਿੱਚ ਹਾਂ ਨਹੀਂ ਮਿਲਾ ਸਕਦਾ। ਇਹ ਸੇਵਕ ਪਿਛਲੇ 35 ਸਾਲ ਤੋਂ ਉੱਪਰ ਵਰਣਿਤ ਤਰੀਕਿਆਂ ਮੁਤਾਬਕ ਗੁਰਮਤਿ ਸਿੱਖਦਾ ਆ ਰਿਹਾ ਹੈ। ਕਿਸੇ ਕਿਤਾਬ ਜਾਂ ਕਥਾਕਾਰ ਨੂੰ ਸਲਾਹ ਤਾਂ ਭਾਵੇਂ ਮੈਂ ਨਾ ਦੇ ਸਕਾਂਗਾ। ਜੇ ਪਹਿਲਾਂ ਖੁਦ ਡੂੰਘਾ ਅਧਿਐਨ ਕੀਤਾ ਹੋਵੇਗਾ, ਸਲਾਹ ਤਾਂ ਹੀ ਦਿੱਤੀ ਜਾ ਸਕਦੀ ਹੈ, ਪਰ ਜ਼ਰੂਰੀ ਨਹੀਂ ਕਿ ਹਰ ਕੋਈ ਮੇਰੀ ਸਲਾਹ ਨਾਲ ਸਹਿਮਤ ਹੋਵੇ। ਜਿਨ੍ਹਾਂ ਨੁਕਤਿਆਂ 'ਤੇ ਪਾਠਕਾਂ ਨੇ ਇਤਰਾਜ਼ ਉਠਾਏ ਹਨ, ਉਹਨਾਂ ਦੇ ਇੱਕ ਇੱਕ ਕਰਕੇ ਮੈਂ ਜਵਾਬ ਦੇ ਰਿਹਾ ਹਾਂ। ਨੰਬਰ 1, ਗਿਆਨੀ ਹਰਬੰਸ ਸਿੰਘ ਤੇਗ ਜੋ ਨਵੇਂ ਸ਼ਹਿਰ ਦੇ ਰਹਿਣ ਵਾਲੇ ਅਤੇ ਸਿੱਖ ਸ਼ਹੀਦ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਪੜ੍ਹੇ ਹੋਏ, ਸ਼੍ਰੋਮਣੀ ਕਮੇਟੀ ਨਾਲ ਵੀ ਸੰਬੰਧਿਤ ਰਹੇ ਅਤੇ ਸਪੋਕਸਮੈਨ ਦੇ ਪੱਤਰਕਾਰ ਵੀ ਰਹੇ, ਉਹਨਾਂ ਨੇ ਪ੍ਰਸ਼ੰਸਾ ਦੇ ਵਿੱਚ ਲੰਮੀ ਚਿੱਠੀ ਲਿਖੀ ਜੋ ਸਪੋਕਸਮੈਨ ਮੰਥਲੀ ਮੈਗਜ਼ੀਨ 'ਚ ਛਪੀ। ਉਹਨਾਂ ਦਾ ਧੰਨਵਾਦ। ਪਹਿਲਾਂ ਸਰਦਾਰ ਗੋਬਿੰਦ ਸਿੰਘ ਵੱਲੋਂ ਉਠਾਏ ਗਏ ਕੁਝ ਨੁਕਤੇ, ਜਿਨ੍ਹਾਂ ਨੇ ਚਿੱਠੀ ਦੇ ਵਿੱਚ ਇਹ ਨੁਕਤੇ ਉਠਾਏ ਸਨ। ਆਚਾਰੀਆ ਰਜਨੀਸ਼ ਦੀਆਂ ਮੈਂ ਖੁਦ 40 ਪੁਸਤਕਾਂ ਪੜ੍ਹ ਚੁੱਕਿਆ ਹਾਂ। ਮਸਕੀਨ ਜੀ ਦੀਆਂ ਟੇਪਾਂ ਵਿੱਚ ਰਜਨੀਸ਼ ਦੀਆਂ ਕਿਤਾਬਾਂ ਕੈਸਟਾਂ ਵਿੱਚੋਂ ਲੈ ਕੇ ਬਹੁਤ ਥਾਈਂ ਮਸਕੀਨ ਜੀ ਨੇ ਸਿੱਧਾ ਅਨੁਵਾਦ ਸਟੇਜਾਂ 'ਤੇ ਸੁਣਾਇਆ ਹੈ। ਬਹੁਤੀਆਂ ਥਾਵਾਂ 'ਤੇ ਉਸ ਦਾ ਗੁਰਮਤਿ ਨਾਲ ਕੋਈ ਸੰਬੰਧ ਨਹੀਂ ਹੁੰਦਾ, ਸਿਰਫ ਮਨੋਰੰਜਨ ਹੁੰਦਾ ਹੈ। ਮਸਕੀਨ ਜੀ ਇਹ ਨਹੀਂ ਸਨ ਕਹਿੰਦੇ ਕਿ ਸੰਗਤ ਵਿੱਚ ਰੱਬ ਦਾ ਵਾਸਾ ਹੈ। ਜਿਸ ਗੱਲ ਦਾ ਮੈਂ ਜ਼ਿਕਰ ਕੀਤਾ ਹੈ ਉਹ ਇਹ ਹੈ ਕਿ ਮੇਰੀ ਕਥਾ ਸੁਣਨ ਵਾਸਤੇ ਦੇਵਤੇ ਆਉਂਦੇ ਹਨ, ਪਵਿੱਤਰ ਰੂਹਾਂ ਆਉਂਦੀਆਂ ਹਨ ਅਤੇ ਸਿਰਫ ਮੈਨੂੰ ਹੀ ਨਜ਼ਰ ਆਉਂਦੀਆਂ ਹਨ, ਹੋਰ ਕਿਸੇ ਨੂੰ ਨਹੀਂ। ਇਹ ਮਸਕੀਨ ਜੀ ਦਾ ਦਾਅਵਾ ਸੀ ਅਤੇ ਲਗਭਗ ਹਰ ਇੱਕ ਸਟੇਜ 'ਤੇ ਇਹੋ ਜਿਹੀ ਗੱਲ ਉਹ ਸੁਣਾ ਹੀ ਦਿੰਦੇ ਸਨ ਕਿ ਮੈਨੂੰ ਦੇਵਤੇ ਸੁਣਨ ਵਾਸਤੇ ਆਉਂਦੇ ਨੇ, ਪਰ ਤੁਹਾਨੂੰ ਨਜ਼ਰ ਨਹੀਂ ਆਉਂਦੇ। ਗਲਤ ਉਦਾਹਰਣ ਵਰਤਣ ਵਾਲਾ ਵੀ ਗਲਤ ਹੀ ਹੋਇਆ ਕਰਦਾ ਹੈ। ਭੋਗ ਸਮੇਂ ਉਹਨਾਂ ਦੀ ਮਾਇਆ ਨਾਲ ਜੋ ਸੇਵਾ ਕੀਤੀ ਗਈ, ਇਸ ਦੇ ਜ਼ਿੰਮੇਵਾਰ ਪ੍ਰਬੰਧਕ ਹਨ। ਇਸ ਬਾਰੇ ਤਾਂ ਮੈਂ ਲਿਖਿਆ ਹੀ ਪ੍ਰਬੰਧਕਾਂ ਨੂੰ ਸੀ। ਟੌੜਾ ਜੀ ਬਾਰੇ ਹੱਕ ਅਤੇ ਵਿਰੋਧ ਵਿੱਚ ਬਹੁਤ ਕੁਝ ਲਿਖਿਆ ਜਾ ਚੁੱਕਿਆ ਹੈ, ਇਸ ਲਈ ਮੈਂ ਲਿਖਣਾ ਜ਼ਰੂਰੀ ਨਹੀਂ ਸਮਝਿਆ। ਨਿਰਮਲੇ ਉਦਾਸੀ ਠੀਕ ਸਨ, ਕਿਉਂਕਿ ਮਸਕੀਨ ਜੀ ਕਹਿੰਦੇ ਹੁੰਦੇ ਸਨ। ਅੱਜ ਦੇ ਪ੍ਰਬੰਧਕ ਗਲਤ ਹਨ। ਨਿਰਮਲੇ ਤੇ ਉਦਾਸੀਆਂ ਨੇ ਹੀ ਗੁਰਮਤਿ ਵਿੱਚ ਬ੍ਰਾਹਮਣਵਾਦ ਨੂੰ ਥੋਕ ਵਿੱਚ ਸ਼ਾਮਲ ਕੀਤਾ ਸੀ। ਉਹਨਾਂ ਨੂੰ ਗੁਰਦੁਆਰੇ ਸੰਭਾਲਣ ਦੀ ਵਕਾਲਤ ਕਰਨ ਦਾ ਸਾਫ਼ ਮਤਲਬ ਹੈ ਸਿੱਖੀ ਨੂੰ ਵੈਦਿਕ ਖਾਰੇ ਸਾਗਰ ਵਿੱਚ ਡੋਬਣਾ। ਗੁਰਬਾਣੀ ਵਿੱਚ ਵੀ ਦੇਵੀ ਦੇਵਤਿਆਂ ਦੇ ਹਵਾਲੇ ਦਿੱਤੇ ਗਏ ਹਨ। ਮਸਕੀਨ ਜੀ ਨੇ ਵੀ ਇਹੀ ਹਵਾਲੇ ਦਿੱਤੇ ਨੇ। ਗੁਰਬਾਣੀ ਨੇ ਦੇਵੀ ਦੇਵਤਿਆਂ ਦੀ ਪ੍ਰਸ਼ੰਸਾ ਕਿਤੇ ਨਹੀਂ ਕੀਤੀ, ਉਹਨਾਂ ਦੀ ਨਿਖੇਧੀ ਹਜ਼ਾਰਾਂ ਥਾਵਾਂ 'ਤੇ ਕੀਤੀ ਹੈ। ਮਸਕੀਨ ਜੀ ਲਈ ਰਾਮ ਸਾਰਿਆਂ ਦਾ ਪਰਸ਼ੋਤਮ ਸੀ, ਜਦੋਂ ਕਿ ਗੁਰਬਾਣੀ ਦਾ ਫੈਸਲਾ ਹੈ ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਕਮਣ ਵਿਛੜ ਗਿਆ। ਪੰਨਾ 953। ਗੁਰਬਾਣੀ ਵਿੱਚ ਤਾਂ ਗੱਲ ਸਮਝਾਉਣ ਲਈ ਕਾਵਾਂ, ਕੁੱਤਿਆਂ, ਖੋਤਿਆਂ, ਹਿਰਨਾਂ ਦਾ ਵੀ ਜ਼ਿਕਰ ਹੈ। ਕੀ ਕਦੀ ਇਹਨਾਂ ਪਸ਼ੂਆਂ ਪੰਛੀਆਂ ਬਾਰੇ ਵੀ ਲੰਮੀ ਕਥਾ ਕੀਤੀ ਗਈ ਹੈ? ਫਿਰ ਦੇਵੀ ਦੇਵਤਿਆਂ ਦੀ ਲੰਮੀ ਕਥਾ ਸਿੱਖਾਂ ਦੀਆਂ ਸਟੇਜਾਂ 'ਤੇ ਕਿਉਂ ਕੀਤੀ ਜਾਵੇ? ਉਹ ਕੇਵਲ ਹਵਾਲੇ ਮਾਤਰ ਗੱਲਾਂ ਹੋਇਆ ਕਰਦੀਆਂ ਨੇ। ਮੈਂ ਸਰਦਾਰ ਬਲਜੀਤ ਸਿੰਘ ਨਕਵੀ ਦਾ ਜਵਾਬ ਦੇ ਰਿਹਾ। ਖਾਜੂ ਰਾਹੋ ਦੀਆਂ ਮੂਰਤੀਆਂ ਦੇ ਉਹ ਪੁਜਾਰੀ ਨਹੀਂ ਸਨ। ਉਹ ਤਾਂ ਇਹਨਾਂ ਮੂਰਤੀਆਂ ਨੂੰ ਡੂੰਘਾ ਟੋਆ ਪੁੱਟ ਕੇ ਦਬਾ ਦੇਣ ਲਈ ਵੀ ਕਹਿੰਦੇ ਸਨ। ਵੀਰ ਜੀਓ, ਮਸਕੀਨ ਜੀ ਦੀ ਰਿਕਾਰਡ ਕੀਤੀ 1 ਘੰਟੇ ਦੀ ਕੈਸਟ ਕਾਮ ਤੇ ਨਾਮ ਮੇਰੇ ਕੋਲ ਮੌਜੂਦ ਹੈ। ਉਸ ਸਾਰੀ ਕਥਾ ਵਿੱਚ ਉਹ ਗੁਰਬਾਣੀ ਦੀਆਂ ਪੰਕਤੀਆਂ ਦੀ ਦੁਖਦਾਈ ਕੁਵਰਤੋਂ ਕਰਦੇ ਹਨ, ਉਸ ਥਾਂ ਦੀ ਮਹਿਮਾ ਗਾਇਨ ਕਰਦੇ ਹਨ।
ਕਾਮ ਉਕਸਾਊ ਮੂਰਤੀਆਂ ਬਣਾਉਣ ਵਾਲਿਆਂ ਨੂੰ ਮਹਾਨ ਰਿਸ਼ੀ ਅਤੇ ਮਹਾਨ ਚਿੱਤਰਕਾਰ ਕਹਿੰਦੇ ਹਨ। ਕਾਮ ਸੂਤਰ ਲਿਖਣ ਵਾਲੇ ਵਾਸਤਾਇਨ ਨੂੰ ਵੀ ਮਹਾਨ ਰਿਸ਼ੀ ਗਰਦਾਨਦੇ ਹਨ। ਤ੍ਰਿਆ ਚਰਿੱਤਰ ਵਾਲੇ ਗੰਧਮੰਦ ਨੂੰ, ਜੋ ਕਿ ਦਸਮ ਗ੍ਰੰਥ ਕਰਕੇ ਜਾਣਿਆ ਜਾਂਦਾ ਹੈ, ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਸ਼ਖਸੀਅਤ ਨਾਲ ਹਿੱਕ ਦੇ ਤਾਣ ਜੋੜ ਰਹੇ ਹਨ। ਕਾਮ ਮੂਰਤੀਆਂ ਨੂੰ ਟੋਆ ਪੁੱਟ ਕੇ ਦਿਵਾਉਣ ਦੀ ਵਕਾਲਤ ਮੋਹਨਦਾਸ ਕਰਮਚੰਦ ਗਾਂਧੀ ਨੇ ਕੀਤੀ ਸੀ। ਮਸਕੀਨ ਜੀ ਨੇ ਉਸ ਦਾ ਹਵਾਲਾ ਦੇ ਕੇ ਗਾਂਧੀ ਨੂੰ ਬੁਰਾ ਭਲਾ ਕਿਹਾ ਹੈ, ਫਟਕਾਰਿਆ ਹੈ ਕਿ ਗਾਂਧੀ ਨੇ ਇੰਨੀਆਂ ਪਵਿੱਤਰ ਮੂਰਤੀਆਂ ਨੂੰ ਟੋਆ ਪੁੱਟ ਕੇ ਦੱਬਣ ਦੀ ਗੱਲ ਕਿਉਂ ਕੀਤੀ। ਜੋ ਲੋਕ ਮੌਜੂਦਾ ਸਮੇਂ ਵਿੱਚ ਗੁਰਦੁਆਰਿਆਂ 'ਤੇ ਕਾਬਜ਼ ਹਨ, ਮੈਂ ਕਦੀ ਵੀ ਉਹਨਾਂ ਦੀ ਪ੍ਰਸ਼ੰਸਾ ਨਹੀਂ ਕੀਤੀ, ਸਗੋਂ ਸਖਤ ਆਲੋਚਨਾ ਕਰਦਾ ਰਹਿੰਦਾ ਹਾਂ। ਇਹਨਾਂ ਨੂੰ ਸੰਵਿਧਾਨਕ ਤਰੀਕਿਆਂ ਨਾਲ ਬਦਲਿਆ ਜਾ ਸਕਦਾ ਹੈ, ਪਰ ਜੋ ਲੋਕ ਗੁਰਦੁਆਰਿਆਂ ਨੂੰ ਡੇਰੇ ਦਾ ਰੂਪ ਦੇ ਕੇ ਨਿੱਜੀ ਜਾਇਦਾਦ ਬਣਾ ਬੈਠੇ ਹਨ, ਉਹਨਾਂ ਨੂੰ ਕਦੀ ਨਹੀਂ ਬਦਲਿਆ ਜਾ ਸਕਦਾ। ਗੁਰਬਾਣੀ ਸੈਕਸ ਦੀ ਟ੍ਰੇਨਿੰਗ ਦੇਣ ਵਾਸਤੇ ਨਹੀਂ ਲਿਖੀ ਗਈ, ਜਿਵੇਂ ਕਿ ਮਸਕੀਨ ਜੀ ਨੇ ਪੰਕਤੀਆਂ ਦੀ ਦੁਰਵਰਤੋਂ ਕੀਤੀ ਹੈ। ਖਾਜੂ ਰਾਹੋ ਦੀਆਂ ਮੂਰਤੀਆਂ ਤਾਂ ਫਿਰ ਵੀ ਬਹੁਤ ਦੂਰ ਹਨ। ਅੱਜ ਕੱਲ੍ਹ ਤਾਂ ਟੀਵੀ ਚੈਨਲਾਂ 'ਤੇ ਜੋ ਲੜਕੀਆਂ ਦਿਸ ਰਹੀਆਂ ਨੇ, ਉਹਨਾਂ ਨੇ ਖਾਜੂ ਰਾਹੋ ਦੀਆਂ ਮੂਰਤੀਆਂ ਨੂੰ ਵੀ ਪਿੱਛੇ ਸੁੱਟ ਦਿੱਤਾ ਹੈ। ਗਹਿਰ ਗੰਭੀਰ ਲੋਕ ਇਸ ਨੰਗੇਜਵਾਦ ਤੋਂ ਦੁਖੀ ਹਨ। ਉਹਨਾਂ ਨੰਗੇ ਮਾਡਲਾਂ ਨੂੰ ਕੋਈ ਟੱਬਰਦਾਰ ਆਪਣੇ ਘਰ ਕੀ ਰੱਖ ਸਕੇਗਾ? ਆਪਣੀਆਂ ਬੇਟੀਆਂ ਨੂੰ ਉਸ ਤਰ੍ਹਾਂ ਦੀਆਂ ਬਣਾਉਣੀਆਂ ਪ੍ਰਵਾਨ ਕਰੇਗਾ? ਕੀ ਖਾਜੂ ਰਾਹੋ ਦੀਆਂ ਜਿਹੜੀਆਂ ਮੂਰਤੀਆਂ ਨੇ ਉਹਨਾਂ ਨੂੰ ਸਾਰਾ ਸਮਾਜ ਪ੍ਰਵਾਨ ਕਰ ਸਕੇਗਾ? ਤੇ ਇਹਨੂੰ ਗੁਰਬਾਣੀ ਨਾਲ ਫਿਰ ਤੁਸੀਂ ਕਿਵੇਂ ਜੋੜ ਰਹੇ ਹੋ? ਤੇ ਅੱਗੇ ਜਿਹੜਾ ਇਤਰਾਜ਼ ਉਠਾਉਣ ਵਾਲਾ ਭਾਈ ਹੈ, ਉਹ ਕਹਿੰਦਾ ਹੈ ਕਿ ਮਸਕੀਨ ਦਾ ਆਪਣੇ ਮਨ 'ਤੇ ਕੰਟਰੋਲ ਸੀ। ਮੈਂ ਦੱਸ ਚੁੱਕਿਆ ਹਾਂ ਕਿ ਇਸ ਵਕਤ ਮੇਰੀ ਉਮਰ 60 ਸਾਲ ਹੈ। ਇਹ ਉਦੋਂ ਦੀ ਗੱਲ ਮੈਂ ਕਰ ਰਿਹਾ ਜਦੋਂ ਇਹਨਾਂ ਖਤਾਂ ਦਾ ਜਵਾਬ ਦਿੱਤਾ ਸੀ। ਅੱਜ ਕੱਲ੍ਹ ਤਾਂ ਉਮਰ ਮੇਰੀ ਹੋਰ ਵੀ ਵੱਧ ਗਈ ਹੈ। ਮਨ ਬੇਚੈਨ ਹੋਣ ਦਾ ਮਤਲਬ ਇਹ ਨਹੀਂ ਕਿ ਮੈਂ ਵੇਸ਼ਵਾਵਾਂ ਦੇ ਅੱਡਿਆਂ ਵੱਲ ਵਿਵਚਾਰ ਕਰਨ ਲਈ ਚੱਲ ਪਿਆ ਸੀ। ਇਹ ਆਮ ਮੁਹਾਵਰੇ ਦੀ ਗੱਲ ਹੈ ਕਿ ਆਹ ਚੀਜ਼ ਵੇਖ ਕੇ ਮਨ ਦੁਖੀ ਹੋਏ ਜਾਂ ਸੁਖੀ ਹੋਏ। ਇਹ ਇੱਕ ਉਦਾਹਰਣ ਦੇ ਤੌਰ 'ਤੇ ਸੀ। ਸਰਦਾਰ ਗੁਰਦਿਆਲ ਸਿੰਘ ਫਰੀਦਾਬਾਦ ਨੇ ਮਸਕੀਨ ਜੀ ਨੂੰ ਪੱਕਾ ਬ੍ਰਹਮ ਗਿਆਨੀ ਗਰਦਾਨਿਆ ਹੈ। ਨਾਲ ਗੁਰਬਾਣੀ ਵਿੱਚੋਂ ਸੁਖਮਨੀ ਦੇ ਪ੍ਰਮਾਣ ਵੀ ਦਿੱਤੇ ਹਨ। ਆਓ ਸੰਖੇਪ ਵਿੱਚ ਬ੍ਰਹਮ ਗਿਆਨੀ ਦੇ ਅਰਥ ਪੜ੍ਹ ਲਈਏ। ਸੁਖਮਨੀ ਸਾਹਿਬ ਦੀ ਸਾਰੀ 8ਵੀਂ ਅਸ਼ਟਪਦੀ ਵਿੱਚ 8 ਪੌੜੀਆਂ ਬ੍ਰਹਮ ਗਿਆਨੀ ਦੀ ਸੋਭਾ ਵਿੱਚ ਹਨ। ਗੁਰਬਾਣੀ ਦੀ ਕੇਂਦਰੀ ਵਿਚਾਰਧਾਰਾ ਮੁਤਾਬਕ ਇੰਨੇ ਗੁਣਾਂ ਵਾਲਾ ਜਾਂ ਤਾਂ ਅਕਾਲ ਪੁਰਖ ਖੁਦ ਆਪ ਹੈ ਜਾਂ ਫਿਰ ਮਹਾਨ ਪਰਉਪਕਾਰੀ ਸ਼ਖਸੀਅਤ ਸਤਿਗੁਰੂ ਦਸੇ ਪਾਤਸ਼ਾਹੀਆਂ ਹਨ। ਹੋਰ ਅਸੀਂ ਸਾਰੇ ਭੁੱਲਣਹਾਰ ਹਾਂ ਤੇ ਅਸੀਂ ਇਹਨਾਂ ਦੇ ਹੀ ਉਪਦੇਸ਼ਾਂ ਅਨੁਸਾਰ ਆਪਣਾ ਜੀਵਨ ਢਾਲ ਸਕਦੇ ਹਾਂ। ਇਸੇ 8ਵੀਂ ਅਸ਼ਟਪਦੀ ਵਿੱਚੋਂ ਪੰਨਾ 272 ਉੱਤੋਂ ਕੁਝ ਪ੍ਰਮਾਣ ਹਾਜ਼ਰ ਹਨ। ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਭਾਵ ਬ੍ਰਹਮ ਗਿਆਨੀ ਸਾਰਿਆਂ ਦਾ ਉਧਾਰ ਕਰ ਦਿੰਦਾ ਹੈ। ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਭਾਵ ਬ੍ਰਹਮ ਗਿਆਨੀ ਦੇ ਨਾਲ ਸਾਰਾ ਜਗਤ ਨਾਮ ਜਪਣ ਲੱਗ ਪੈਂਦਾ ਹੈ। ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ, ਭਾਵ ਬ੍ਰਹਮ ਗਿਆਨੀ ਨੂੰ ਸ਼ਿਵ ਆਦਿਕ ਦੇਵਤੇ ਵੀ ਭਾਲਦੇ ਫਿਰ ਰਹੇ ਹਨ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਹੇ ਨਾਨਕ ਬ੍ਰਹਮ ਗਿਆਨੀ ਆਪ ਹੀ ਪਰਮੇਸ਼ਰ ਹੀ ਹੈ। ਬ੍ਰਹਮ ਗਿਆਨੀ ਦਾ ਕਥਿਆ ਜਾਏ ਨਾ ਅੱਧਾ ਅੱਖਰ, ਭਾਵ ਬ੍ਰਹਮ ਗਿਆਨੀ ਦੀ ਸੋਭਾ ਦਾ ਅੱਧਾ ਅੱਖਰ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਬ੍ਰਹਮ ਗਿਆਨੀ ਸਰਬ ਕਾ ਠਾਕਰ, ਭਾਵ ਬ੍ਰਹਮ ਗਿਆਨੀ ਸਾਰਿਆਂ ਦਾ ਪੂਜਣਯੋਗ ਠਾਕੁਰ ਹੈ, ਰੱਬ ਹੈ। ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ, ਭਾਵ ਹੇ ਨਾਨਕ ਮੇਰੀ ਬ੍ਰਹਮ ਗਿਆਨੀ ਨੂੰ ਸਦਾ ਨਮਸਕਾਰ ਹੈ, ਪੰਜਵੇਂ ਸਤਿਗੁਰੂ ਦੀ। ਸੋ ਗੁਰਬਾਣੀ ਵਿੱਚ ਸਾਧੂ ਸੰਤ ਬ੍ਰਹਮ ਗਿਆਨੀ ਕਈ ਥਾਈਂ ਜਨ ਗੁਰੂ ਸਤਿਗੁਰੂ ਗੁਰੂ ਸਾਹਿਬਾਨ ਵਾਸਤੇ ਰਾਖਵਾਂ ਹੈ। ਅਸੀਂ ਸਾਰੇ ਬਰਾਬਰ ਦੇ ਇਨਸਾਨ ਹਾਂ। ਸਾਡੇ ਲਈ ਸਿੱਖ ਗੁਰਸਿੱਖ ਖਾਲਸਾ ਲਕਬ ਹੀ ਕਾਫੀ ਹੈ। ਖੁੱਲ੍ਹੀ ਵਿਚਾਰ ਲਈ ਮਿਲ ਕੇ ਜਦੋਂ ਜੀ ਚਾਹੇ ਵਿਚਾਰ ਕਰ ਲੈਣੀ। ਧੰਨਵਾਦ ਜੀ। ਇਹ ਸਪੋਕਸਮੈਨ ਮੰਥਲੀ ਵਿੱਚ ਅਗਸਤ 2005 ਵਿੱਚ ਛਪੇ ਕਈ ਸਾਰੇ ਪੱਤਰ ਸੀ ਤੇ ਜਿਨ੍ਹਾਂ ਦਾ ਮੈਂ ਇੱਕ ਇੱਕ ਕਰਕੇ ਜਵਾਬ ਦਿੱਤਾ ਹੈ। ਮਸਕੀਨ ਜੀ ਬਾਰੇ ਇੱਕ ਹੋਰ ਖੱਤ ਸਪੋਕਸਮੈਨ ਛਪਿਆ ਸੀ ਜਿਹਦਾ ਵੀ ਮੈਂ ਜਵਾਬ ਦਿੱਤਾ ਸੀ। ਇਹ ਹੈ ਭਾਈ ਹਰਦੀਪ ਸਿੰਘ ਗੁਣੀ ਕੇ ਪਟਿਆਲਾ ਤੋਂ। ਇਹ ਵੀ ਅਗਸਤ 2005 ਦੇ ਸਪੋਕਸਮੈਨ ਮੰਥਲੀ ਵਿੱਚ ਛਪਿਆ ਸੀ। ਇਹਦੀ ਵਿਚਾਰ ਆਪਾਂ ਕਰ ਰਹੇ ਹਾਂ। ਵਿਅਕਤੀਗਤ ਸੋਚ ਤੋਂ ਉੱਪਰ ਉੱਠ ਕੇ
ਕੇਵਲ ਸੱਚਾਈ ਦਾ ਪ੍ਰਚਾਰ ਕਰਨ ਲਈ ਸਪੋਕਸਮੈਨ ਵਧਾਈ ਦਾ ਪਾਤਰ ਹੈ, ਪਰ ਕਈ ਵਾਰੀ ਸਪੋਕਸਮੈਨ ਦੇ ਪਾਠਕ ਵੀ ਅਜਿਹੀਆਂ ਗੱਲਾਂ ਕਰਨ ਲੱਗਦੇ ਹਨ ਜਿਨ੍ਹਾਂ ਨੂੰ ਵੇਖ ਕੇ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਜੋ ਕਿ ਅਸਲ ਸੱਚਾਈ ਹੈ, ਦਾ ਸੁਨੇਹਾ ਅਸੀਂ ਪੂਰੀ ਦੁਨੀਆ ਤੱਕ ਕਿਵੇਂ ਪਹੁੰਚਾਵਾਂਗੇ। ਮਈ ਅੰਕ ਵਿੱਚ ਸਰਦਾਰ ਇੰਦਰ ਸਿੰਘ ਘੱਗਾ ਦੇ ਛਪੇ ਲੇਖ ਕੀ ਗਿਆਨੀ ਸੰਤ ਸਿੰਘ ਮਸਕੀਨ ਸੱਚਮੁੱਚ ਵਿਦਿਆ ਮਾਰਤੰਡ ਤੇ ਬ੍ਰਹਮ ਗਿਆਨੀ ਸਨ ਦੇ ਪ੍ਰਤੀਕਰਮ ਵਜੋਂ 3 ਚਿੱਠੀਆਂ ਜੁਲਾਈ ਅੰਕ ਵਿੱਚ ਛਪੀਆਂ ਹਨ। ਪਹਿਲੀ ਚਿੱਠੀ ਗੋਬਿੰਦ ਸਿੰਘ ਡਿਪਟੀ ਕਲੈਕਟਰ ਰਿਟਾਇਰਡ ਲੁਧਿਆਣਾ ਦੀ ਹੈ। ਇਸ ਚਿੱਠੀ ਵਿੱਚ ਉਹਨਾਂ ਨੇ ਤਕਰੀਬਨ 5 ਨੁਕਤੇ ਉਠਾਏ ਹਨ। ਪਹਿਲਾ ਨੁਕਤਾ ਹੈ ਓਸ਼ੋ ਦੀ ਨਕਲ ਕਰਨ ਦਾ। ਚਿੱਠੀ ਦਾ ਲੇਖ ਕਹਿੰਦਾ ਹੈ ਕਿ ਇਹ ਮਸਕੀਨ ਜੀ ਉੱਪਰ ਗਲਤ ਦੋਸ਼ ਲਾਇਆ ਗਿਆ ਹੈ। ਮਸਕੀਨ ਜੀ ਨੇ ਸਾਰੇ ਹੀ ਵਿਦਵਾਨਾਂ ਅਤੇ ਧਰਮ ਗ੍ਰੰਥਾਂ ਨੂੰ ਪੜ੍ਹਿਆ ਹੈ। ਸਾਰਿਆਂ ਦਾ ਹੀ ਵਰਣਨ ਉਹ ਆਪਣੀ ਕਥਾ ਵਿੱਚ ਕਰਿਆ ਕਰਦੇ ਸਨ। ਅਫਸੋਸ ਤਾਂ ਇਸੇ ਗੱਲ ਦਾ ਹੈ ਕਿ ਪ੍ਰੋਫੈਸਰ ਸਾਹਿਬ ਸਾਨੂੰ ਸਮਝਾਉਣਾ ਚਾਹੁੰਦੇ ਹਨ ਕਿ ਮਸਕੀਨ ਜੀ ਗੁਰਮਤਿ ਦੀ ਘੱਟ ਤੇ ਅਨਮਤੀ ਗ੍ਰੰਥਾਂ ਦੀ ਕਥਾ ਵੱਧ ਕਰਦੇ ਸਨ। ਦੂਜਾ ਨੁਕਤਾ ਹੈ ਕਥਾ ਕਰਨ ਵਾਲੀ ਜਗ੍ਹਾ ਤੇ ਪਵਿੱਤਰ ਰੂਹਾਂ ਦਾ ਮੌਜੂਦ ਹੋਣਾ ਤੇ ਸਪਸ਼ਟੀਕਰਨ ਵਜੋਂ ਗੁਰਬਾਣੀ ਦੀ ਅਧੂਰੀ ਤੁਕ ਵੀ ਲਿਖੀ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਮਸਕੀਨ ਜੀ ਪਵਿੱਤਰ ਰੂਹਾਂ ਦਾ ਅਰਥ ਦੇਵੀ ਦੇਵਤੇ ਕਰਦੇ ਹਨ, ਜਦ ਕਿ ਇਸ ਤੁਕ ਵਿੱਚ ਹਰੀ ਪ੍ਰਭੂ ਯਾਨੀ ਅਕਾਲ ਪੁਰਖ ਸੰਗਤ ਵਿੱਚ ਵਰਤਦਾ ਦਰਸਾਇਆ ਗਿਆ ਹੈ। ਮਸਕੀਨ ਜੀ ਇਹ ਨਹੀਂ ਸੀ ਕਹਿੰਦੇ ਕਿ ਪ੍ਰਮਾਤਮਾ ਸੰਗਤ ਵਿੱਚ ਵਸਦਾ ਹੈ। ਉਹ ਹਰ ਰੋਜ਼ ਇਹ ਕਹਿੰਦੇ ਸਨ ਕਿ ਇੱਥੇ ਦੇਵਤੇ ਆਉਂਦੇ ਨੇ, ਪਵਿੱਤਰ ਰੂਹਾਂ ਆਉਂਦੀਆਂ ਨੇ ਜਿਹੜੀਆਂ ਸਿਰਫ ਮੈਨੂੰ ਦਿਸਦੀਆਂ ਨੇ, ਹੋਰ ਕਿਸੇ ਨੂੰ ਨਹੀਂ ਦਿਸਦੀਆਂ। ਇਹਨੂੰ ਗੱਲ ਨੂੰ ਤੋੜ ਮਰੋੜ ਕੇ ਪੇਸ਼ ਨਾ ਕਰੋ। ਤੀਜਾ ਨੁਕਤਾ ਹੈ ਉਹਨਾਂ ਦੀ ਮਾਇਆ ਨਾਲ ਜੋ ਸੇਵਾ ਕੀਤੀ ਗਈ ਜਾਂ ਫਿਰ ਭੋਗ ਤੇ ਸਮਾਗਮ ਤੇ ਉਹਨਾਂ ਬਾਰੇ ਜੋ ਕੁਝ ਵੀ ਬੋਲਿਆ ਜਾਂ ਕੀਤਾ ਗਿਆ, ਉਸ ਦਾ ਜਵਾਬ ਮਸਕੀਨ ਜੀ ਹੀ ਦੇ ਸਕਦੇ ਹਨ। ਇੱਥੇ ਵੀ ਪ੍ਰੋਫੈਸਰ ਸਾਹਿਬ ਮਸਕੀਨ ਜੀ ਤੋਂ ਕੋਈ ਜਵਾਬ ਨਹੀਂ ਮੰਗ ਰਹੇ, ਬਲਕਿ ਸਾਨੂੰ ਸਿੱਖਾਂ ਨੂੰ ਸੁਚੇਤ ਕਰ ਰਹੇ ਹਨ ਕਿ ਅਸੀਂ ਇਹੋ ਜਿਹੇ ਅਨਰਥ ਹੋਰ ਕਿੰਨਾ ਚਿਰ ਬਰਦਾਸ਼ਤ ਕਰਦੇ ਰਹਾਂਗੇ। ਚੌਥੇ ਨੁਕਤੇ ਵਿੱਚ ਨਿਰਮਲਿਆਂ ਅਤੇ ਉਦਾਸੀਆਂ ਦਾ ਜ਼ਿਕਰ ਕਰਦੇ ਹੋਏ ਇਹ ਵੀ ਲਿਖਦੇ ਹਨ ਕਿ ਮਸਕੀਨ ਜੀ ਇਹਨਾਂ ਨੂੰ 5% ਗਲਤ ਮੰਨਦੇ ਸਨ। ਕੀ ਸਾਨੂੰ ਗੁਰਦੁਆਰਿਆਂ ਦਾ ਪ੍ਰਬੰਧ ਗਲਤ ਲੋਕਾਂ ਦੇ ਹੱਥਾਂ ਵਿੱਚ ਹੀ ਦੇ ਦੇਣਾ ਪਵੇਗਾ? ਗਲਤ ਚਾਹੇ ਕੋਈ ਕਿੰਨਾ ਵੀ ਹੋਵੇ, ਉਹ ਗਲਤ ਹੀ ਹੁੰਦਾ ਹੈ। ਸੱਚ ਤੇ ਝੂਠ ਦੀ ਪਰਸੈਂਟੇਜ ਨਹੀਂ ਰੱਖੀ ਜਾਂਦੀ। ਸੱਚ ਹਮੇਸ਼ਾ ਸੰਪੂਰਨ ਹੁੰਦਾ ਹੈ, ਕੋਈ ਅੱਧਾ ਜਾਂ ਪੌਣਾ ਨਹੀਂ ਹੋ ਸਕਦਾ। ਕੌਣ ਨਹੀਂ ਜਾਣਦਾ, ਸਿੱਖ ਧਰਮ ਵਿੱਚ ਜਿੰਨੇ ਵੀ ਮਹੱਤਵਪੂਰਨ ਮਸਲੇ ਉਲਝੇ ਹੋਏ ਹਨ, ਸੱਚ ਇਹਨਾਂ ਨਿਰਮਲਿਆਂ ਅਤੇ ਉਦਾਸੀਆਂ ਦੀ ਹੀ ਸਭ ਇਹਨਾਂ ਨਿਰਮਲਿਆਂ ਅਤੇ ਉਦਾਸੀਆਂ ਦੀ ਹੀ ਦੇਣ ਨੇ। ਇਸ ਪੱਤਰਕਾ ਵਿੱਚ ਸਭ ਤੋਂ ਆਖਰ ਵਿੱਚ ਦੇਵੀ ਦੇਵਤਿਆਂ ਦੀ ਗੱਲ ਕੀਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦੇਵੀ ਦੇਵਤਿਆਂ ਦਾ ਜ਼ਿਕਰ ਤਾਂ ਜ਼ਰੂਰ ਹੈ, ਪਰ ਉਹਨਾਂ ਨੂੰ ਕਿਤੇ ਵੀ ਸਿੱਖਾਂ ਦਾ ਇਸ਼ਟ ਜਾਂ ਰਹਿਬਰ ਨਹੀਂ ਮੰਨਿਆ ਗਿਆ ਅਤੇ ਨਾ ਹੀ ਬਹੁਤ ਜ਼ਿਆਦਾ ਸਤਿਕਾਰਯੋਗ। ਹਾਂ, ਆਮ ਜਗਿਆਸੂਆਂ ਨੂੰ ਸਮਝਾਉਣ ਲਈ ਉਦਾਹਰਣਾਂ ਨੂੰ ਹੀ ਕਥਾ ਦਾ ਕੇਂਦਰ ਬਿੰਦੂ ਬਣਾਇਆ ਜਾਵੇ ਤਾਂ ਸਰੋਤਿਆਂ ਦੇ ਮਨ ਵਿੱਚ ਸ਼ੰਕੇ ਉਤਪੰਨ ਹੋਣੇ ਲਾਜ਼ਮੀ ਹਨ। ਅਗਲੀ ਚਿੱਠੀ ਬਲਜੀਤ ਸਿੰਘ ਬੁਰਜ ਨਕਵੀ ਰਾਏਕੋਟ ਲੁਧਿਆਣੇ ਦੀ ਹੈ। ਸਰਦਾਰ ਬਲਜੀਤ ਸਿੰਘ ਜੀ ਨੂੰ ਵੀ ਪ੍ਰੋਫੈਸਰ ਸਾਹਿਬ ਜੀ ਦੀਆਂ ਕੁਝ ਗੱਲਾਂ ਚੰਗੀਆਂ ਨਹੀਂ ਲੱਗੀਆਂ, ਜਿਵੇਂ ਕਿ ਖਾਜੂ ਰਾਹੋ ਕਾਮ ਉਕਸਾਊ ਮੂਰਤੀਆਂ ਦੀ ਗੱਲ ਹੋਵੇ ਜਾਂ ਫਿਰ ਗੁਰਦੁਆਰਿਆਂ ਦੇ ਪ੍ਰਬੰਧਾਂ ਦੀ। ਮੈਂ ਇਹ ਤਾਂ ਨਹੀਂ ਜਾਣਦਾ ਕਿ ਮਸਕੀਨ ਜੀ ਇਹਨਾਂ ਮੂਰਤੀਆਂ ਦੇ ਉਪਾਸ਼ਕ ਸਨ ਜਾਂ ਨਹੀਂ, ਪਰ ਕੀ ਕੋਈ ਇਹੋ ਜਿਹੀ ਗੱਲ ਸੰਗਤ ਵਿੱਚ ਕਰਨੀ ਠੀਕ ਹੁੰਦੀ ਹੈ ਜਿਸ ਦਾ ਸਾਡੇ ਸਿੱਖਾਂ ਨਾਲ, ਸਿੱਖੀ ਨਾਲ ਜਾਂ ਸਾਡੇ ਇਤਿਹਾਸ ਨਾਲ ਦੂਰ ਦਾ ਵੀ ਕੋਈ ਵਾਸਤਾ ਨਾ ਹੋਵੇ? ਫਿਰ ਪ੍ਰੋਫੈਸਰ ਸਾਹਿਬ ਤਾਂ ਇੱਥੋਂ ਤੱਕ ਵੀ ਲਿਖਦੇ ਹਨ ਕਿ ਮਸਕੀਨ ਜੀ ਇਹਨਾਂ ਅਸ਼ਲੀਲ ਗੱਲਾਂ ਨੂੰ ਮਨਵਾਉਣ ਲਈ ਗੁਰਬਾਣੀ ਦੀ ਗਲਤ ਵਰਤੋਂ ਕਰਦੇ ਸਨ, ਜਿਵੇਂ ਕਿ ਉਹਨਾਂ ਨੇ ਆਪਣੇ ਕਿਸੇ ਲੇਖ ਵਿੱਚ ਇੱਕ ਗੁਰਬਾਣੀ ਦੀ ਤੁਕ ਦਾ ਜ਼ਿਕਰ ਵੀ ਕੀਤਾ ਹੈ, ਬਾਲ ਕੰਨਿਆ ਕੋ ਬਾਪ ਪਿਆਰਾ। ਇਸ ਦੇ ਗਲਤ ਅਰਥ ਕਰਕੇ ਉਹ ਸੰਗਤ ਨੂੰ ਗੁੰਮਰਾਹ ਕਰਦੇ ਸਨ। ਅੱਗੇ ਬਲਜੀਤ ਸਿੰਘ ਜੀ ਲਿਖਦੇ ਹਨ ਕਿ ਜਿੱਥੋਂ ਵੀ ਕੋਈ ਚੰਗੀ ਚੀਜ਼ ਮਿਲੇ ਉਸ ਨੂੰ ਲੈ ਕੇ ਅੱਗੇ ਵੰਡ ਦੇਣਾ ਚਾਹੀਦਾ ਹੈ। ਚੰਗੀ ਚੀਜ਼ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਦਿੱਤੀ ਹੈ, ਗੁਰਬਾਣੀ ਦੇ ਰੂਪ ਵਿੱਚ ਸਿੱਖ ਫਲਸਫਾ। ਅਸੀਂ ਆਪ ਕਿੰਨਾ ਕੁ ਗ੍ਰਹਿਣ ਕੀਤਾ ਹੈ, ਅੱਗੇ ਵੰਡਣਾ ਤਾਂ ਬਹੁਤ ਦੂਰ ਦੀ ਗੱਲ ਹੈ। ਅਸੀਂ ਆਪ ਇਹਨਾਂ ਝਮੇਲਿਆਂ ਵਿੱਚੋਂ ਕਦੋਂ ਨਿਕਲਾਂਗੇ? ਸੱਚ ਤੇ ਝੂਠ ਦਾ ਨਿਰਣਾ ਕਰਨ ਦੇ ਯੋਗ ਕਦੋਂ ਹੋਵਾਂਗੇ? ਫਿਰ ਤਾਂ ਸੋਚਿਆ ਜਾ ਸਕਦਾ ਹੈ ਕਿ ਇਸ ਚੰਗੀ ਚੀਜ਼ ਨੂੰ ਅਸੀਂ ਦੁਨੀਆ ਦੇ ਲੋਕਾਂ ਵਿੱਚ ਵੰਡੀਏ। ਇਸ ਵੀਰ ਵੱਲੋਂ ਮਨ ਤੇ ਕਾਬੂ ਦੀ ਗੱਲ ਵੀ ਕੀਤੀ ਗਈ ਹੈ। ਕਿਸੇ ਦੇ ਮਨ ਦੀ ਅਵਸਥਾ ਨੂੰ ਜਾਣਨਾ ਇੰਨਾ ਸੌਖਾ ਨਹੀਂ ਹੁੰਦਾ
ਜਿਨ੍ਹਾਂ ਨੂੰ ਲੋਕ ਭਗਵਾਨ ਸਮਝਦੇ ਸਨ। ਵੱਡੇ ਵੱਡੇ ਧਰਮ ਗੁਰੂਆਂ ਦਾ ਹਾਲ ਅਸੀਂ ਸਾਰੇ ਹੀ ਅਖਬਾਰਾਂ ਵਿੱਚ ਪੜ੍ਹ ਚੁੱਕੇ ਹਾਂ ਕਿ ਕਿੰਨਾ ਕੁ ਕੰਟਰੋਲ ਸੀ ਉਹਨਾਂ ਦਾ ਆਪਣੇ ਮਨ ਉੱਤੇ। ਸਾਨੂੰ ਆਪਣੇ ਮਨ 'ਤੇ ਵੀ ਬਹੁਤੀ ਵਾਰੀ ਵਿਸ਼ਵਾਸ ਨਹੀਂ ਹੁੰਦਾ। ਇਸ ਲਈ ਤਾਂ ਅਸੀਂ ਰੋਜ਼ ਨਿਤਨੇਮ ਕਰਦੇ ਹਾਂ ਅਤੇ ਅਰਦਾਸ ਕਰਦੇ ਹਾਂ ਵਾਹਿਗੁਰੂ ਅੱਗੇ ਕਿ ਹੇ ਅਕਾਲ ਪੁਰਖ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਸਾਨੂੰ ਬਚਾ ਕੇ ਰੱਖਣਾ। ਇਹੋ ਜਿਹੀ ਅਵਸਥਾ ਵਿੱਚ ਕਿਸੇ ਦੂਸਰੇ ਦੇ ਮਨ ਦੀ ਸਾਦੀ ਭਰਨੀ ਸਮਝ ਤੋਂ ਬਾਹਰ ਦੀ ਗੱਲ ਹੈ। ਇੰਜੀਨੀਅਰ ਗੁਰਦਿਆਲ ਸਿੰਘ ਫਰੀਦਾਬਾਦ ਵਾਲਿਆਂ ਨੇ ਵੀ ਆਪਣੀ ਸੰਖੇਪ ਚਿੱਠੀ ਵਿੱਚ ਬ੍ਰਹਮ ਗਿਆਨੀ ਵਾਲਾ ਨੁਕਤਾ ਉਠਾਇਆ ਹੈ। ਇੰਜੀਨੀਅਰ ਸਾਹਿਬ ਕਹਿੰਦੇ ਹਨ ਕਿ ਪ੍ਰੋਫੈਸਰ ਘੱਗਾ ਨੇ ਬ੍ਰਹਮ ਗਿਆਨੀ ਦਾ ਇੱਕੋ ਇੱਕ ਅਰਥ ਪਰਮਾਤਮਾ ਕੱਢੇ ਹਨ। ਲੱਗਦਾ ਹੈ ਇੰਜੀਨੀਅਰ ਸਾਹਿਬ ਨੇ ਲੇਖ ਨੂੰ ਪੂਰੇ ਧਿਆਨ ਨਾਲ ਨਹੀਂ ਪੜ੍ਹਿਆ। ਪ੍ਰੋਫੈਸਰ ਸਾਹਿਬ ਨੇ ਜੋ ਪੰਕਤੀ ਭੋਗ ਦੇ ਸਮਾਗਮ ਸਮੇਂ ਲਿਖੀ ਹੋਈ ਵੇਖੀ ਸੀ, ਉਸ ਪੰਕਤੀ ਵਿੱਚ ਬ੍ਰਹਮ ਗਿਆਨੀ ਦੇ ਅਰਥ ਕੀ ਹਨ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਵੀ ਗੁਰੂ ਗ੍ਰੰਥ ਸਾਹਿਬ ਦਰਪਣ ਦਾ ਹਵਾਲਾ ਦੇ ਕੇ। ਉਹਨਾਂ ਨੇ ਆਪਣੇ ਲੇਖ ਵਿੱਚ ਕਿਤੇ ਇਹ ਨਹੀਂ ਲਿਖਿਆ ਕਿ ਬ੍ਰਹਮ ਗਿਆਨੀ ਦਾ ਅਰਥ ਸਿਰਫ ਪਰਮਾਤਮਾ ਹੀ ਹੁੰਦੇ ਹਨ। ਮੇਰੀ ਸਭ ਭੈਣਾਂ ਤੇ ਵੀਰਾਂ ਨੂੰ ਬੇਨਤੀ ਹੈ, ਖਾਸ ਕਰਕੇ ਸਪੋਕਸਮੈਨ ਦੇ ਪਾਠਕਾਂ ਨੂੰ, ਕਿ ਸਾਡੇ ਉੱਪਰ ਬਹੁਤ ਵੱਡੀ ਜ਼ਿੰਮੇਵਾਰੀ ਹੈ ਗੁਰੂ ਨਾਨਕ ਸਾਹਿਬ ਜੀ ਦਾ ਸੁਨੇਹਾ ਪਹਿਲਾਂ ਸਿੱਖਾਂ ਤੱਕ ਤੇ ਫਿਰ ਸਾਰੀ ਦੁਨੀਆ ਤੱਕ ਪਹੁੰਚਾਉਣ ਦੀ। ਅਸੀਂ ਵਿਅਕਤੀਗਤ ਸੋਚ ਤੋਂ ਉੱਪਰ ਉੱਠ ਕੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨ ਕੇ ਚੱਲਣਾ ਹੈ। ਵਿਅਕਤੀ ਕੋਈ ਕਿੰਨਾ ਵੀ ਮਹਾਨ ਕਿਉਂ ਨਾ ਹੋਵੇ, ਉਸ ਵਿੱਚ ਦੋਸ਼ ਨੁਕਸ ਹੋ ਸਕਦੇ ਹਨ। ਸਾਨੂੰ ਕਿਸੇ ਦੀ ਆਲੋਚਨਾ ਸੁਣਨ ਤੋਂ ਬਾਅਦ ਠੰਡੇ ਦਿਮਾਗ ਨਾਲ ਸੋਚ ਵਿਚਾਰ ਕਰਕੇ ਹੀ ਕੁਝ ਲਿਖਣਾ ਜਾਂ ਬੋਲਣਾ ਚਾਹੀਦਾ ਹੈ। ਵਿਚਾਰਧਾਰਕ ਏਕਤਾ ਦਾ ਧਿਆਨ ਰੱਖਣਾ ਚਾਹੀਦਾ ਹੈ। ਸਪੋਕਸਮੈਨ ਨੇ ਸਾਨੂੰ ਇੱਕ ਇਹੋ ਜਿਹਾ ਪਲੇਟਫਾਰਮ ਦਿੱਤਾ ਹੈ ਜਿੱਥੇ ਸਿਧਾਂਤ ਦੀ ਗੱਲ ਕੀਤੀ ਜਾਂਦੀ ਹੈ। ਸਦੀਵੀ ਏਕਤਾ ਸਿਰਫ ਸਿਧਾਂਤਾਂ ਉੱਤੇ ਹੀ ਹੋ ਸਕਦੀ ਹੈ। ਇਹ ਚਿੱਠੀ ਸੀ ਭਾਈ ਹਰਦੀਪ ਸਿੰਘ ਗੁਣੀ ਕੇ ਪਟਿਆਲਾ ਦੀ, ਜੋ ਸਪੋਕਸਮੈਨ ਅਗਸਤ 2005 ਵਿੱਚ ਛਪੀ ਸੀ। ਇਹਦੇ ਵਿੱਚ ਮੇਰੇ ਹਮਾਇਤ ਦੇ ਵਿੱਚ ਵੀ ਉਹਨੇ ਕਾਫੀ ਗੱਲਾਂ ਲਿਖੀਆਂ ਨੇ ਤੇ ਆਲੋਚਨਾ ਵੀ ਕੀਤੀ ਹੈ। ਹੁਣ ਮੈਂ ਇੱਕ ਦੋ ਗੱਲਾਂ ਤੁਹਾਡੇ ਨਾਲ ਹੋਰ ਸਾਂਝੀਆਂ ਕਰਨ ਲੱਗਿਆ ਕਿ ਇੱਕ ਵਾਰੀ ਰੇਡੀਓ ਪੰਜਾਬ ਇੰਗਲੈਂਡ ਦੇ ਵਿੱਚ ਉੱਥੇ ਚੰਗਾ ਗੁਰਮਤ ਦਾ ਪ੍ਰਚਾਰ ਕਰਦਾ ਸੀ ਤੇ ਮੈਂ ਸੰਨ 2000 ਦੇ ਵਿੱਚ ਇੰਗਲੈਂਡ ਗਿਆ ਹੋਇਆ ਸੀ ਤੇ ਰੇਡੀਓ ਪੰਜਾਬ ਦੇ ਭਾਈ ਜਸਵੀਰ ਸਿੰਘ ਨੇ ਮੈਨੂੰ ਆਖਿਆ ਕਿ ਮਸਕੀਨ ਜੀ ਨੂੰ ਅਸੀਂ ਆਪਣੇ ਰੇਡੀਓ ਤੇ ਬੋਲਣ ਵਾਸਤੇ ਸੱਦਾ ਦੇ ਰਹੇ ਹਾਂ, ਤੁਸੀਂ ਵੀ ਆਓ, ਅੱਡੋ ਅੱਡ ਥਾਵਾਂ ਤੇ ਤੁਹਾਨੂੰ ਫੋਨ ਦੇ ਨਾਲ ਅਸੀਂ ਕਨੈਕਟ ਕਰਾਂਗੇ ਤੇ ਮਸਕੀਨ ਜੀ ਨੂੰ ਤੁਸੀਂ ਸਵਾਲ ਪੁੱਛਣੇ ਨੇ। ਜੇ ਹੋਰ ਸਵਾਲ ਕੋਈ ਸਰੋਤਾ ਪੁੱਛਣਾ ਚਾਹੇਗਾ ਤਾਂ ਉਹ ਵੀ ਪੁੱਛ ਸਕਦਾ ਹੈ। ਤੇ ਮੈਂ ਉੱਥੇ ਜਾ ਪਹੁੰਚਿਆ। ਉਧਰੋਂ ਮਸਕੀਨ ਜੀ ਨੂੰ ਉਹਨਾਂ ਨੇ ਲੈ ਲਿਆ ਤੇ ਮਸਕੀਨ ਜੀ ਨੂੰ ਆਖਿਆ ਗਿਆ ਕਿ ਤੁਸੀਂ ਆਪਣਾ ਪੱਖ ਜੋ ਧਰਮ ਦੀ ਗੱਲ ਕਰਨੀ ਆ ਪਹਿਲਾਂ ਉਹ ਕਰ ਲਓ। 10 ਕੁ ਮਿੰਟ ਭਾਈ ਸੰਤ ਸਿੰਘ ਜੀ ਮਸਕੀਨ ਉਹ ਬੋਲਦੇ ਰਹੇ, ਸਿੱਖ ਧਰਮ ਦੀਆਂ ਗੱਲਾਂ ਸੁਣਾਉਂਦੇ ਰਹੇ ਤੇ ਜਦੋਂ ਅਸੀਂ ਮਹਿਸੂਸ ਕੀਤਾ ਕਿ ਹੁਣ ਸਵਾਲ ਕਰਨ ਦਾ ਸਮਾਂ ਆ ਗਿਆ ਤੇ ਉਹਨਾਂ ਨੇ ਮੈਨੂੰ ਇਸ਼ਾਰਾ ਕਰ ਦਿੱਤਾ ਕਿ ਤੁਸੀਂ ਸਵਾਲ ਕਰ ਸਕਦੇ ਹੋ। ਮੈਂ ਮਸਕੀਨ ਜੀ ਨੂੰ ਖੁਦ ਸਵਾਲ ਕੀਤਾ ਕਿ ਮਸਕੀਨ ਜੀ, ਤੁਸੀਂ ਇਹ ਕਹਿੰਦੇ ਹੋ ਕਿ ਮਨੁੱਖ ਨਾਮ ਜਪ ਕੇ ਉੱਚਾ ਉੱਠ ਜਾਂਦਾ ਹੈ, ਇੱਕ ਥਾਂ ਤੇ ਅੱਖ ਦੇ ਪਲਕਾਰੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚ ਜਾਂਦਾ ਹੈ ਤੇ ਤੁਸੀਂ ਇੱਥੇ ਇੰਗਲੈਂਡ 'ਚ ਆਏ ਹੋ, ਉਡਾਰੀ ਮਾਰ ਕੇ ਮੰਤਰ ਜਪ ਕੇ ਆਏ ਹੋ ਕਿ ਜਹਾਜ਼ ਚੜ੍ਹ ਕੇ ਆਏ ਹੋ? ਉਹ ਕਹਿਣ ਲੱਗੇ ਮੈਂ ਹਵਾਈ ਜਹਾਜ਼ ਦਾ ਟਿਕਟ ਲੈ ਕੇ ਇੱਥੇ ਆਇਆ। ਮੈਂ ਬੇਨਤੀ ਕੀਤੀ ਕਿ ਤੁਸੀਂ ਇੰਨਾ ਸਾਰਾ ਪੈਸਾ ਬਚਾ ਲੈਂਦੇ ਤੇ ਅੱਖਾਂ ਮੀਟ ਕੇ ਮੰਤਰ ਜਾਪ ਦੀ ਸ਼ਕਤੀ ਨਾਲ ਉਡਾਰੀ ਮਾਰ ਕੇ ਇੱਥੇ ਆ ਜਾਂਦੇ, ਪੈਸੇ ਕਿਉਂ ਬਰਬਾਦ ਕਰਦੇ ਹੋ? ਤੇ ਫਿਰ ਕਿੰਨੇ ਸਾਰੇ ਹੋਰ ਨੌਜਵਾਨ ਜਿਹੜੇ ਵਿਦੇਸ਼ ਜਾਣਾ ਚਾਹੁੰਦੇ ਨੇ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਤੇ ਉਹਨਾਂ ਸਾਰਿਆਂ ਨੂੰ ਵੀ ਪਰਉਪਕਾਰ ਦੀ ਭਾਵਨਾ ਨਾਲ ਇਹ ਮੰਤਰ ਜਾਪ ਸਮਝਾ ਦਿਓ। ਉਹ ਮੰਤਰ ਪੜ੍ਹ ਲੈਣਗੇ ਤੇ ਬਿਨਾਂ ਵੀਜ਼ਾ ਲਵਾਏ, ਬਿਨਾਂ ਟਿਕਟ ਲਏ, ਜਿਹੜੇ ਦੇਸ਼ 'ਚ ਦਿਲ ਕੀਤਾ ਉਡਾਰੀ ਮਾਰ ਕੇ ਚਲੇ ਜਾਣਗੇ। ਇਹ ਤਾਂ ਰਾਹ ਹੀ ਬੜਾ ਸੌਖਾ ਹੈ। ਪੰਜਾਬ ਦੇ ਵਿੱਚ ਕਿੰਨੇ ਸਾਰੇ ਨੌਜਵਾਨ ਬੇਰੁਜ਼ਗਾਰ ਨੇ, ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਉਹ ਭੁੱਖੇ ਮਰਦੇ ਨੇ ਤੇ ਤੁਸੀਂ ਇਹ ਪਰਉਪਕਾਰ ਤਾਂ ਪੰਜਾਬ ਦੇ ਲੋਕਾਂ ਵਾਸਤੇ ਕਰ ਹੀ ਸਕਦੇ ਹੋ ਤੇ ਤੁਸੀਂ ਉਹਨਾਂ ਵਾਸਤੇ ਇਹ ਕਾਰਜ ਕਿਉਂ ਨਹੀਂ ਕਰਦੇ? ਤੁਸੀਂ ਹੀ ਨਹੀਂ ਬਲਕਿ ਤੁਹਾਡੇ ਵਰਗੇ ਹੋਰ ਅਨੇਕਾਂ ਸਾਧ ਸੰਤ ਵੀ ਇਹੋ ਜਿਹੀਆਂ ਗੱਪਾਂ ਸਟੇਜਾਂ ਤੇ ਸੁਣਾਉਂਦੇ ਨੇ, ਉਹ ਵੀ ਅੱਖਾਂ ਮੀਟ ਕੇ ਉਡਾਰੀ ਮਾਰ ਕੇ ਵਿਦੇਸ਼ ਵਿੱਚ ਨਹੀਂ ਆਉਂਦੇ। ਇਹ ਤੁਸੀਂ ਕੀ ਦੱਸਣਾ ਚਾਹੁੰਦੇ ਹੋ ਸਾਨੂੰ? ਮੈਂ ਹੈਰਾਨ ਰਹਿ ਗਿਆ। ਮਸਕੀਨ ਜੀ ਕਹਿਣ ਲੱਗੇ, ਨਹੀਂ ਫਿਰ ਮੈਂ ਚਲਾ ਜਾਂਦਾ ਹਾਂ, ਮੈਂ ਇੱਥੇ ਸਵਾਲ ਜਵਾਬ ਨਹੀਂ ਕਰਨਾ ਚਾਹਾਂਗਾ, ਮੈਂ ਨਹੀਂ ਕਰਾਂਗਾ। ਇਸ ਤਰ੍ਹਾਂ ਜਿਵੇਂ ਉਹਦੀ ਭਾਸ਼ਾ ਹੁੰਦੀ ਹੈ ਉਸ ਤਰ੍ਹਾਂ ਕਹਿ ਕੇ ਤੇ ਫੋਨ ਕੱਟ ਕੇ ਚਲਾ ਗਿਆ।
ਗੁਰੂ ਪਿਆਰ ਵਾਲਿਓ, ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਦੇਵੀ ਦੇਵਤਿਆਂ ਨਾਲ ਸੰਬੰਧਿਤ, ਕਰਾਮਾਤਾਂ ਨਾਲ ਸੰਬੰਧਿਤ ਸਟੇਜਾਂ ਦੇ ਉੱਤੇ ਮਸਕੀਨ ਜੀ ਨੇ ਬੇਅੰਤ ਵਾਰੀ ਸੁਣਾਈਆਂ ਨੇ, ਤੇ ਉਹਨਾਂ ਨੂੰ ਵੀ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਰੱਖਣ ਦਾ ਯਤਨ ਕੀਤਾ ਜਾਵੇਗਾ। ਇੱਥੇ ਮੈਂ ਇਹ ਦੱਸ ਦਿਆਂ, ਮਸਕੀਨ ਜੀ ਜਾਣਦੇ ਸਾਰਾ ਕੁਝ ਸਨ, ਵਿਦਵਾਨ ਬਹੁਤ ਸਨ, ਕਿਤਾਬਾਂ ਬਹੁਤ ਪੜ੍ਹੀਆਂ ਸਨ, ਪਰ ਹਾਲਾਤ ਦੇ ਨਾਲ ਸਮਝੌਤਾ ਕਰਦੇ ਸਨ। ਉਹਨਾਂ ਨੂੰ ਪਤਾ ਸੀ ਕਿ ਜੇ ਮੈਂ ਇੰਨੀ ਸਖਤ ਸ਼ਬਦਾਵਲੀ, ਸਹੀ ਮਾਇਨਿਆਂ 'ਚ ਗੁਰਬਾਣੀ ਵਾਲਾ ਜੋ ਤਤ ਗੁਰਮਤ ਹੈ, ਉਹ ਸਟੇਜਾਂ 'ਤੇ ਸੁਣਾਉਣਾ ਸ਼ੁਰੂ ਕਰ ਦਿੱਤਾ, ਜਿਵੇਂ ਪਹਿਲਾਂ ਵਾਲੇ ਸਮੇਂ ਦੇ ਵਿੱਚ ਸਿੱਖਾਂ ਨੂੰ ਪੰਥ 'ਚੋਂ ਮੂਰਖ ਪੁਜਾਰੀਆਂ ਨੇ ਛੇਕਿਆ, ਤਾਂ ਸ਼ਾਇਦ ਮੈਨੂੰ ਵੀ ਕਿਤੇ ਛੇਕ ਨਾ ਦੇਣ, ਕਿਤੇ ਮੇਰੀਆਂ ਸਟੇਜਾਂ ਖੁੱਸ ਨਾ ਜਾਣ। ਉਹ ਗੁਰੂ ਸਾਹਿਬਾਨ ਦਾ, ਸ਼ਹੀਦਾਂ ਦੀਆਂ ਅਤੇ ਹੋਰ ਪਰਉਪਕਾਰ ਦੀਆਂ ਗੱਲਾਂ ਤਾਂ ਸਟੇਜ ਤੇ ਸੁਣਾ ਦਿੰਦੇ ਸਨ, ਪਰ ਆਪ ਉਸ ਰਾਹ ਤੇ ਕਦੇ ਤੁਰਨ ਨੂੰ ਤਿਆਰ ਨਹੀਂ ਸਨ, ਮੁਸੀਬਤ ਝੱਲਣ ਨੂੰ ਤਿਆਰ ਨਹੀਂ ਸਨ। ਗੁਰੂ ਸਾਹਿਬਾਨ ਨੇ ਮੁਸੀਬਤਾਂ ਝੱਲੀਆਂ, ਸਿੱਖਾਂ ਨੇ ਬੰਦ ਕਟਵਾ ਲਏ, ਖੋਪਰੀਆਂ ਉਤਰਵਾ ਲਈਆਂ। ਉਹਨਾਂ ਨੂੰ ਤਾਂ ਮਾਣ ਨਾਲ ਸੰਗਤਾਂ ਨਾਲ ਵਿਚਾਰ ਸਾਂਝੇ ਕਰਦੇ ਨੇ, ਦੱਸਦੇ ਨੇ ਕਿ ਉਹ ਏਡੇ ਬਹਾਦਰ ਗੁਰੂ ਸਾਹਿਬ ਸਨ, ਏਡੇ ਬਹਾਦਰ ਸਿੱਖ ਸਨ, ਪਰ ਖੁਦ ਕੋਈ ਸਖਤ ਫੈਸਲਾ ਲੈਣ ਤੋਂ ਅਸਮਰੱਥ ਸਨ। ਇਹ ਸਾਰੇ ਨੁਕਤੇ ਨੇ, ਜਦੋਂ ਆਪਾਂ ਵਿਚਾਰ ਕੇ ਕਿਸੇ ਦੇ ਜੀਵਨ ਨੂੰ ਵੇਖਾਂਗੇ ਤਾਂ ਫਿਰ ਸਾਨੂੰ ਗੱਲ ਦੀ ਸਮਝ ਆ ਜਾਵੇਗੀ ਕਿ ਇਹ ਬੰਦਾ ਕਿੰਨੇ ਕੁ ਪਾਣੀ 'ਚ ਹੈ। ਮੈਂ ਅਗਲੇ ਸਮੇਂ ਦੇ ਵਿੱਚ ਹੋਰ ਵੀ ਤੁਹਾਡੇ ਨਾਲ ਵਿਚਾਰਾਂ ਸਾਂਝੀਆਂ ਇਸ ਵਿਸ਼ੇ ਤੇ ਕਰਾਂਗਾ। ਦੂਜਾ ਭਾਗ ਇੱਥੇ ਹੀ ਅੱਜ ਸਮਾਪਤ ਕਰਦੇ ਹਾਂ। ਹੋਈਆਂ ਭੁੱਲਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।